हेलो स्टूडेंट्स, आज अपना टॉपिक है मैट्रिसेस एंड डिटर्मिनेंट्स। मैट्रिसेस एंड डिटर्मिनेंट्स। एक भी क्वेश्चन बादों नहीं आऊगा जेडे क्वेश्चन मैं करवाऊंगा ਤੁਹਾਨੂੰ। फर्स्ट ਤਾਂ ਇਹ ਸਮਝਣ ਦੀ ਲੋੜ ਹੈ ਕਿ ਮੈਟ੍ਰਿਸਿਸ ਹੈ ਕੀ ਚੀਜ਼। व्हाट इज मैट्रिक्स? ए मैट्रिक्स is a rectangular array। array means ਹੁੰਦਾ बेटा सिस्टम of numbers ਜਿਹੜੀ मैं फर्स्ट लाइन लिखी है ना बेटा, इस ते भी क्वेश्चन आया हुआ है, रियल और कंप्लेक्स। मैट्रिक्स एक ਇਹੋ ਜਿਹਾ ਰੈਕਟੈਂਗੂਲਰ ਐਰੇ ਦਾ ਸਿਸਟਮ ਹੈ ਜਿਸ ਚ ਰੀਅਲ ਵੀ ਹੋ ਸਕਦੀਆਂ ਵੈਲਿਊਜ਼ ਤੇ ਕੰਪਲੈਕਸ ਵੀ ਹੋ ਸਕਦੀਆਂ। ਇੱਕ ਮਿੰਟ ਬੇਟਾ, मैट्रिक्स ਨੂੰ A ਨਾਲ ਡਿਨੋਟ ਕੀਤਾ ਜਾਂਦਾ ਹੈ। ਸਪੋਜ਼ ਕਰੋ ਇਸ ਨੂੰ ਲਿਖਣ ਦਾ ਵੇ ਹੈ A11 A12 A13 A21 A22 A23 A31 A32 A33 ਇਹ n ਤੱਕ ਹੋ ਸਕਦਾ ਹੈ। ਜਿਹੜੀਆਂ ਉੱਤੇ ਵਾਲੀਆਂ ਵੈਲਿਊਜ਼ ਹੈ, this is called row, this is row 1, this is row 2। ਬਿਲਕੁਲ ਬੇਸਿਕ ਤੋਂ ਸਟਾਰਟ ਕਰੂੰਗਾ, ਐਂਡ ਤੇ ਵਧੀਆ ਲੈਵਲ ਤੇ ਲੈ ਕੇ ਜਾਊਂਗਾ। row 3, this is column 1, this is column 2, this is column 3। ਇਸ ਦੇ ਵਿੱਚ ਜੋ ਕੁਝ ਵੀ ਪਿਆ ਹੈ, ਇਸ ਰੈਕਟੈਂਗੂਲਰ ਐਰੇ ਵਿੱਚ ਸਿਸਟਮ ਦੇ ਵਿੱਚ ਜੋ ਕੁਝ ਵੀ ਪਿਆ, ਦੇ ਆਰ ਕਾਲਡ ਐਲੀਮੈਂਟਸ। ਐਲੀਮੈਂਟਸ ਨੂੰ ਡਿਨੋਟ ਕੀਤਾ ਜਾਂਦਾ ਹੈ AIJ। I is rows, J is column। ਸਪੋਜ਼ ਕਦੋਂ ਮੈਂ ਐਲੀਮੈਂਟ ਚੱਕਿਆ A22। ਸਰ ਜਿਹੜਾ ਆਪਾਂ ਗਰੁੱਪ ਫੀਲਡ ਰਿੰਗ ਕੀਤਾ ਸਰ, ਰਾਜੀ ਉਹ ਬਾਅਦ ਚ ਤੁਸੀਂ ਮੇਰੇ ਨਾਲ ਗੱਲ ਕਰ ਲਿਓ, ਉਸ ਦੇ ਵਿੱਚ ਉਹ ਮੈਂ ਕੁਐਸਚਨ ਕਰਵਾਤੇ ਸੀਗੇ, ਬਾਕੀ ਭੇਜ ਦੂੰਗਾ ਤੁਹਾਨੂੰ, ਠੀਕ ਹੈ। ਕੁਐਸਚਨ ਦੀ ਅਸਾਈਨਮੈਂਟ ਭੇਜਣੀ ਰਹਿੰਦੀ ਹੈਗੀ, ਉਹ ਮੈਂ ਭੇਜ ਦੂੰਗਾ, ਠੀਕ ਹੈ। A22 ਹੈ, ਠੀਕ ਹੈ ਸਰ, ਠੀਕ ਹੈ ਜੀ। ਮੀਨਸ ਇਹ ਰੋ ਹੈ, ਇਹ ਕਾਲਮ ਹੈ। ਸੈਕੰਡ ਰੋ ਸੈਕੰਡ ਕਾਲਮ ਦਾ ਐਲੀਮੈਂਟ ਹੈ, ਸੈਕੰਡ ਰੋ ਸੈਕੰਡ ਕਾਲਮ ਦਾ ਐਲੀਮੈਂਟ ਹੈ। ਦੇਖੋ ਇਹ ਸੈਕੰਡ ਰੋ ਸੈਕੰਡ ਕਾਲਮ ਦਾ ਐਲੀਮੈਂਟ ਹੈ। ਤਾਂ ਇਸ ਨੂੰ ਅਸੀਂ ਕੀ ਕਹਿੰਦੇ ਹੈਗੇ, ਐਲੀਮੈਂਟਸ ਕਹਿੰਦੇ ਹਾਂ। ਅੱਗੇ ਹੈ ਟਾਈਪਸ ਆਫ ਮੈਟ੍ਰਿਕਸ। ਟਾਈਪਸ having all the elements as 0। ਥੋੜਾ ਜਿਹਾ ਮੈਂ ਦੁਬਾਰਾ ਦੱਸਦਾ।
देखो इस नूं कहा जाता है ऑर्डर m इंटू n नूं m denotes rows n denotes columns फर्स्ट टाइप दी मैट्रिक्स है रैक्टेंगुलर मैट्रिक्स जिस च रो ते कॉलम सेम नहीं हुंदे जिवें आ वाली मैट्रिक्स है देखो तीन तां इस दे विच जिहड़ियां हैगियां अपने कोल रोज कितनी है भी 2 है कॉलम्स 3 है ना 2/3 स्केयर मैट्रिक्स दे विच की है कि रो ते कॉलम सेम होणगे रो मैट्रिक्स ਦੇ ਵਿੱਚ ਕੀ ਹੈ ਕਿ ਰੋ ਇੱਕ ਹੋਊਗੀ ਕਾਲਮ ਤਿੰਨ ਹੋ ਸਕਦੇ ਹੈ ਚਾਰ ਵੀ ਹੋ ਸਕਦੇ ਹੈ ਪੰਜ ਵੀ ਹੋ ਸਕਦੇ ਹੈ ਕਾਲਮ ਮੈਟ੍ਰਿਕਸ ਦੀ ਕੰਡੀਸ਼ਨ ਕੀ ਹੈ ਕਿ ਇੱਕ ਕਾਲਮ ਹੋਊਗਾ ਰੋਜ਼ ਜਿੰਨੀਆਂ ਮਰਜ਼ੀ ਹੋਣ ਨਲ ਮੈਟ੍ਰਿਕਸ ਚ all ਜ਼ੀਰੋ ਹੋਣਗੇ all should be zero next is very important ਇੱਥੋਂ ਆਪਣਾ ਕੰਮ ਸਟਾਰਟ ਹੁੰਦਾ ਹੈ ਮੇਨ ਇਸ ਚੈਪਟਰ ਦਾ ਡਾਇਗਨਲ ਮੈਟ੍ਰਿਕਸ डायगनल मैट्रिक्स डायगनल मैट्रिक्स ਦੇ ਵਿੱਚ ਦੇਖੋ ਕੀ ਹੈ ਜੇ ਇਸ ਦੀ ਡੈਫੀਨੇਸ਼ਨ ਲਿਖਣੀ ਹੋਵੇ ਤੁਸੀਂ ਇੱਕ ਤਾਂ m ਇਕੁਅਲ ਟੂ n ਹੋਊਗਾ ਮੀਨਸ ਇਹ ਸਕੁਅਰ ਮੈਟ੍ਰਿਕਸ ਹੋਊਗੀ ਐਂਡ ਕੀ ਹੋਊਗਾ ਵੀ ए आई जे ਦੀਆਂ ਸਾਰੀਆਂ ਵੈਲਿਊਜ਼ 0 ਹੋਣਗੀਆਂ ਲੇਕਿਨ ਛੱਡ ਕੇ ਕਿਹੜੀਆਂ i not equal to j ਵਾਲੀਆਂ i not equal to j for example 1 0 and 0 ਬੇਟਾ ਇਹ ਕੰਡੀਸ਼ਨ ਲਿਖਣੀ ਆ ਸਕਦੀ ਹੈ ਉੱਥੇ ਤੁਹਾਨੂੰ ਡਾਇਗਨਲ ਹਮੇਸ਼ਾ ਇਸ ਡਾਇਰੈਕਸ਼ਨ ਦੇ ਵਿੱਚ ਹੀ ਹੋਊਗਾ इट मीन्स डायगनल केड़ा होगा भी a11 a22 a33 देखो सारियां वैल्यूज जीरो चाहे a12 लगा लो a11 लगा लो देखो a11 तो नहीं है a12 a13 ये सारियां जीरो है लेकिन i नॉट इक्वल टू j है जिहड़ा अपने कोल उस दे विच की है भी ai j zeros i not equal to j ਉਹਨਾਂ ਦੇ ਵਿੱਚ ਜਿੱਥੇ i not equal to j ਹੈ ਜਿੱਥੇ i equal to j ਹੈ ਉਹ ਨੋਨ ਜ਼ੀਰੋ ਹੈ ਜਿੱਥੇ i equal to j ਹੈ ਉਹ ਸਾਰੀਆਂ ਵੈਲਿਊਜ਼ ਜਿਹੜੀਆਂ ਉਹ ਨੋਨ ਜ਼ੀਰੋ ਹੈ ਮੀਨਸ ਡਾਇਗਨਲ ਕਿਸ ਨੂੰ ਕਹਿੰਦੇ ਆ ਅਸੀਂ ਵੀ ਡਾਇਗਨਲ ਕਿਸ ਨੂੰ ਕਹਿੰਦੇ ਆ ਡਾਇਗਨਲ ਅਸੀਂ ਕਹਿੰਦੇ ਆ ਜਿੱਥੇ i equal to j ਹੋਏ i equal to j ਵਾਲੇ ਸਾਰੀਆਂ ਵੈਲਿਊਜ਼ ਜਿਹੜੀਆਂ ਹੈਗੀਆਂ ਡਾਇਗਨਲ ਹੁੰਦੀਆਂ ਹੁਣ ਇਸ 'ਚ ਇੱਕ ਖਾਸ ਚੀਜ਼ ਕਈ ਵਾਰੀ ਉੱਥੇ ਪੁੱਛ ਸਕਦੇ ਆ ਕਿ ਡਾਇਗਨਲ ਦੇ ਵਿੱਚ ਇੱਕ ਜ਼ੀਰੋ ਆ ਸਕਦੀ ਹੈ ਦੋ ਜ਼ੀਰੋ ਆ ਸਕਦੀਆਂ ਤਿੰਨ ਆ ਸਕਦੀਆਂ ਨਹੀਂ ਆ ਸਕਦੀਆਂ ਕਿਉਂਕਿ ਫਿਰ ਇਹ ਨਲ ਮੈਟ੍ਰਿਕਸ 'ਚ ਕਨਵਰਟ ਹੋ ਜਾਊਗਾ then it will convert into null matrix ਤਾਂ ਦੋ ਵੈਲਿਊਜ਼ ਤਾਂ ਡਾਇਗਨਲ 'ਚ ਜ਼ੀਰੋ ਆ ਸਕਦੀ ਹੈ ਤਿੰਨ ਨਹੀਂ ਆ ਸਕਦੀਆਂ ਹੈਗੀਆਂ नेक्स्ट इज 7th ये भी बहुत इंपॉर्टेंट पार्ट है स्केलर मैट्रिक्स सारियां कंडीशंस सेम m इक्वल टू n भी होगा a i j इक्वल टू 0 भी होणगियां किहदे लई भी जिथे i नॉट इक्वल टू j होया बट जिथे i इक्वल टू j हो गया वो सारियां वैल्यूज सेम होणगियां मतलब a11 a22 a33 सारियां वैल्यूज सेम होणगियां उस च फॉर एग्जांपल इस च निगाह मार के देखो ये सारियां वैल्यूज सेम है अपनी सारियां वैल्यूज सेम है नेक्स्ट इज
यूनिट मैट्रिक्स या आइडेंटिटी मैट्रिक्स? यूनिट मैट्रिक्स या आइडेंटिटी मैट्रिक्स? इस च भी सारियां कंडीशन बेटा सेम, ए आई जे भी 0 होणगियां उन्हां दे लई जिथे आई नॉट इक्वल टू जे है, बट कंडीशन की है जिहड़ा ए आई जे एलीमेंट्स है वो सारे 1 होणगे जिस टाइम ते आई इक्वल टू जे होया। जे 3 वाली लिखांगे तो आई 3 लिखांगे। देखो ये सारे एलिमेंट 1 1 है। ऑल इज 1 ਤਾਂ ਇਹ ਜੀ ਮੈਟ੍ਰਿਕਸ ਨੂੰ ਯੂਨਿਟ ਮੈਟ੍ਰਿਕਸ ਕਿਹਾ ਜਾਂਦਾ ਹੈ। ਹੁਣ ਬੇਟਾ ਕੁਐਸਚਨ ਆ ਜਾਂਦਾ ਹੈ ਕਿ ਜਿਹੜੀ ਯੂਨਿਟ ਮੈਟ੍ਰਿਕਸ ਹੈ ਇਹ ਸਕੇਲਰ ਮੈਟ੍ਰਿਕਸ ਹੁੰਦੀ ਹੈ? ਯੈਸ, ਇਹ ਸਕੇਲਰ ਮੈਟ੍ਰਿਕਸ ਹੁੰਦੀ ਹੈ। ਜੇ ਪੁੱਛ ਲੈਣ ਆਇਡੈਂਟੀਟੀ ਮੈਟ੍ਰਿਕਸ ਹੈ ਜਿਹੜੀ ਡਾਇਗਨਲ ਮੈਟ੍ਰਿਕਸ ਹੁੰਦੀ ਹੈ, ਡਾਇਗਨਲ ਚ ਵੈਲਿਊ ਹੋਣੀਆਂ ਚਾਹੀਦੀਆਂ ਬਾਕੀ 0 ਹੋਣੀ ਚਾਹੀਦੀਆਂ, ਇਹ ਵੀ ਯੈਸ। ਜੇ ਆਪਾਂ ਨੂੰ ਕੁਐਸਚਨ ਪੁੱਛ ਲੈਣ ਕਿ ਸਕੇਲਰ ਮੈਟ੍ਰਿਕਸ ਡਾਇਗਨਲ ਮੈਟ੍ਰਿਕਸ ਹੁੰਦੀ ਹੈ, ਯੈਸ। ਸਕੇਲਰ ਮੈਟ੍ਰਿਕਸ ਆਇਡੈਂਟੀਟੀ ਮੈਟ੍ਰਿਕਸ ਹੁੰਦੀ ਹੈ, ਨੋ। ਆਇਡੈਂਟੀਟੀ ਮੈਟ੍ਰਿਕਸ ਚ ਡਾਇਗਨਲ ਐਲੀਮੈਂਟ 1 1 ਹੋਣੇ ਚਾਹੀਦੇ ਹੈ। ਨੈਕਸਟ ਇਜ਼ ਵੈਰੀ ਇੰਪੋਰਟੈਂਟ, ਪ੍ਰਿੰਸੀਪਲ ਡਾਇਗਨਲ। principal diagonal of a matrix suppose करो ਆਪਾਂ ਨੂੰ A given है बेटा diagonal matrix ਦੇ ਵਿੱਚ ਵੀ ਜਿਹੜਾ diagonal है वो diagonal है ही है, लेकिन जे सारियां values वो diagonal नहीं है, diagonal matrix नहीं है suppose करो, फिर भी डायगनल ਤਾਂ ਐਗजिस्ट ਕਰਦੇ ਹੈ। ਤਾਂ ਮੈਟ੍ਰਿਕਸ ਦਾ ਜੋ ਵੀ ਡਾਇਗਨਲ ਹੋਊਗਾ that is called principal diagonal, that is called principal diagonal। ਇਸ ਨੂੰ principal diagonal ਕਵਾਂਗੇ। ਇਸ ਚ ਬੜਾ ਇੰਟਰਸਟਿੰਗ ਕੁਐਸਚਨ ਆਂਦਾ ਹੈ ਕਿ ਟ੍ਰੇਸ ਫਾਈਂਡ ਆਊਟ ਕਰੋ ਇਹਦੀ, ਟ੍ਰੇਸ ਆਫ A। ਤਾਂ ਫਾਰਮੂਲਾ ਕੀ ਹੁੰਦਾ ਹੈ? ਸਮ ਆਫ ਡਾਇਗਨਲ ਐਲੀਮੈਂਟਸ, sum of diagonal elements means 1 plus 5 plus 3, this is 9। ਜੇ ਆਪਾਂ ਨੂੰ ਪੁੱਛ ਲੈਣ trace of ਦੋ ਮੈਟ੍ਰਿਕਸ ਗਿਵਨ ਹੈ A plus B, ਤਾਂ ਦੋਨਾਂ ਦੀ ਬੇਟਾ ਅਲੱਗ-ਅਲੱਗ trace ਕੱਢ ਦੋ, trace A plus trace B। ਜੇ ਪੁੱਛ ਲੈਣ ਆਪਾਂ ਨੂੰ trace of K into A, K is any scalar, A ਨਾਲ ਕੋਈ ਮਲਟੀਪਲਾਈ ਕੀਤਾ ਹੋਇਆ ਤਾਂ ਬਾਅਦ ਚ ਮਲਟੀਪਲਾਈ ਕਰ ਦਾਂਗੇ, trace A ਪਹਿਲਾਂ ਫਾਈਂਡ ਆਊਟ ਕਰ ਲਓ, you will get the same answer, you will get the same answer। ਦੇਖੋ ਹੁਣ ਇਸ ਦੇ ਵਿੱਚ ਜਿਹੜਾ ਵੈਸੇ ਤਾਂ ਇਹ ਬੱਚਿਆਂ ਵਾਲਾ ਕੰਮ ਹੈ, ਲੇਕਿਨ ਆਪਾਂ ਨੂੰ ਸਿੱਖ ਲੈਣਾ ਚਾਹੀਦਾ ਹੈ ਕਿਉਂਕਿ ਆਪਾਂ ਚੈਪਟਰ ਨੂੰ ਵਧੀਆ ਢੰਗ ਨਾਲ ਚਲਾਣਾ ਹੈ। ਆਪਰੇਸ਼ਨਸ ਆਫ matrices। First is addition of matrices, addition। addition ਦੀ ਕੰਡੀਸ਼ਨ ਕੀ ਹੈ ਕਿ order of matrix A equal to order of matrix B। ਜੇ ਦੋ ਮੈਟ੍ਰਿਕਸ ਨੂੰ ਐਡ ਕਰਨਾ ਹੈ ਤਾਂ ਦੋਨਾਂ ਦਾ ਆਰਡਰ ਸੇਮ ਹੋਣਾ ਚਾਹੀਦਾ ਹੈ, 2 3 5 7 plus
सपोज करो ए मैट्रिक्स है, बी है अपने कोल 3 5 9 2। देखो इस दा ऑर्डर भी कितना भी अपने कोल 2/2 है, इस दा ऑर्डर भी 2/2 है। जे ਇਹ ऑर्डर होया सेम ਤਾਂ ਇਹ ਐਡ ਹੋ ਸਕਦੇ ਆ, नहीं तो ऐड नहीं हो सकते। कोरस्पोंडिंग एलिमेंट ऐड होने 2 + 3 हो गया अपने को 5, 5 + 5 हो गया अपने को 10, 3 + 9 अपने को हो गया 12 ਤੇ 7 + 2 अपने को हो गया 9। ਇਹ ਵੀ 2/2 ਦੀ ਮੈਟ੍ਰਿਕਸ ਹੀ ਆਊਗੀ, ਇਹ ਵੀ 2/2 ਦੀ ਮੈਟ੍ਰਿਕਸ ਹੀ ਆਊਗੀ। सिमिलरली ਅਸੀਂ ਸੈਕੰਡ ਆਪਰੇਸ਼ਨ ਹੈ ਜਿਹੜਾ ਸਬਟ੍ਰੈਕਸ਼ਨ, ਸਬਟ੍ਰੈਕਸ਼ਨ ਦੇ ਵਿੱਚ ਵੀ ਆਰਡਰ ਆਫ A ਇਕੁਅਲ ਟੂ ਆਰਡਰ ਆਫ B ਹੋਣਾ ਚਾਹੀਦਾ ਹੈ। ਆਰਡਰ ਆਫ A ਇਕੁਅਲ ਟੂ ਆਰਡਰ ਆਫ B, ਦੋਨਾਂ ਦਾ ਆਰਡਰ ਸੇਮ ਹੋਊਗਾ ਤਾਂ ਕੋਰਸਪੋਂਡਿੰਗ ਐਲੀਮੈਂਟਸ ਨੂੰ ਸਬਟ੍ਰੈਕਟ ਕਰ ਦਿੰਦੀਆਂ। ਤੀਜਾ ਆਪਣੇ ਕੋਲ ਹੈ ਮਲਟੀਪਲੀਕੇਸ਼ਨ। मल्टीप्लिकेशन सपोज करो अपने को दो मैट्रिक्स है, एक ए मैट्रिक्स है एक बी मैट्रिक्स है। सपोज करो कि एस दा ऑर्डर है m × n, एस दा ऑर्डर है n × m'। चलो ਤਾਂ ਇਹ ਮਲਟੀਪਲਾਈ ਕਦੋਂ ਹੋ ਸਕਦੇ ਹੈ, ਜਦੋਂ ਇਸ ਦੇ ਫਸਟ ਦੇ ਕਾਲਮ ਦੂਜੀਆਂ ਦੀਆਂ ਰੋਜ਼ ਇਕੁਅਲ ਹੋਣ। ਧਿਆਨ ਨਾਲ ਸੁਣੋ, ਫਸਟ ਦੇ ਕਾਲਮ ਸੈਕਿੰਡ ਦੀਆਂ ਰੋਜ਼ ਇਕੁਅਲ ਹੋਣ ਤਾਂ ਮਲਟੀਪਲਾਈ ਹੋ ਸਕਦੀ ਹੈ। ਤਾਂ ਕੀ ਕਹਿ ਸਕਦੇ ਹਾਂ ਵੀ ਆਪਾਂ, ਕਾਲਮਸ ਇਨ A is equal to रोज इन बी। तो बेटा जेड़ा न्यू बनूगा, न्यू मल्टीप्लाई करके आऊगा, जेड़ा न्यू वो इस ऑर्डर का आऊगा m × m' ऑर्डर का। जेड़ा न्यू बनूगा वो m × m' ऑर्डर का आऊगा। किवें आऊगा वो आपां हुणे देखांगे। देखो एग्जाम्पल है, कोई भी सिंपल जी समझण लई एग्जाम्पल ले सकते हैं आप। 2 3 1 4 3 2 3 2 4 कुछ भी हो सकती है। 1 2 3 3 2 1 1 3 2। चलो देखो ये है अपने को 3/3 ऑर्डर, ये भी है अपने को 3/3 ऑर्डर, ये दोनों सेम है। इट मींस मल्टीप्लाई हो सकती है। जो न्यू वन आऊगी मल्टीप्लाई देके मैट्रिक्स वो इस ऑर्डर की आनी चाहिए है, 3/3 ऑर्डर की। तो मल्टीप्लाई किवें देना बेटा, ये देखो पहला इस दी रो सिलेक्ट करनी है, इसका कॉलम सिलेक्ट करना है, कोरस्पोंडिंग एलिमेंट नु मल्टीप्लाई देके ऐड करना है। 2 × 2 4 × 12 3 × 3। हुण इस नू सैकेंड दे नाल 2 दूनी 4 4 दूनी 8 3 × 9। हुण इस नू तीजे नाल 3 दूनी 6 4 × 4 3 दूनी 6। हुण सैकेंड रो नू फर्स्ट कॉलम नाल एज इट इज 3 × 3 3 × 9 2 × 2। 3 नू 2 नाल 3 दूनी 6 3 दूनी 6 2 × 6। देखो कुछ गलत तो नहीं लिखा गया। 3 दूनी 6 + 3 दूनी 6 + 2 × 6। तीजे नाल 3 × 9 3 × 3
2 दूनी 4 ਹੁਣ 9 3rd ਨੂੰ ਫਸਟ ਕਾਲਮ ਦੇ ਨਾਲ 1 3 दूनी 6 4 एकम 4 2 2 दूनी 4 2 तीये 6 3 2 एकम 2 2 चौके 8 ਤਾਂ ਇਸ ਦਾ ਆਨਸਰ ਬੇਟਾ ਇੱਥੇ ਲਿਖ ਦਿੰਦੇ ਆਪਾਂ ਅਗਲੇ ਪੇਜ ਤੇ ਜਾਵਾਂਗੇ ਤਾਂ ਫਿਰ ਬਦਲਣਾ ਔਖਾ ਹੋ ਜਾਊਗਾ व्हाट इज द आंसर 12 2 14 14 3 17 9 3 12 2 14 6 3 7 4 11 8 4 12 ਤੇ 9 21 6 3 18 6 ਤੇ 6 12 6 4 10 ਤੇ 6 16 9 3 12 4 16 3 2 5 8 5 13 आई होप के ਤੁਹਾਨੂੰ ਸਮਝ ਲੱਗਿਆ ਹੋਊਗਾ ਇਹ ਵਧੀਆ बेटा इस एक चीज याद रखनी है ए बी दी प्रोडक्ट करोगे ते बी ए दी प्रोडक्ट करोगे सेम नहीं आऊगी लेकिन कुछ कंडीशंस दे अंडर ये सेम भी होगी वो कंडीशंस ਨੂੰ ਆਪਾਂ ਸਟੱਡੀ ਕਰਾਂਗੇ नेक्स्ट इज वेरी इंपॉर्टेंट टॉपिक ट्रायंगुलर मैट्रिक्स ट्रायंगुलर मैट्रिक्स ट्रायंगुलर मैट्रिक्स ਦੇ ਵਿੱਚ ਕੀ ਹੁੰਦਾ ਹੈ ਦੋ ਟਾਈਪ ਦੀਆਂ ਹੁੰਦੀਆਂ ਪਹਿਲਾਂ ਤਾਂ ਇਹ ਯਾਦ ਰੱਖਣਾ ਹੈ ਅਸੀਂ ਫਰਸਟ ਇਜ਼ ਅਪਰ ਟ੍ਰਾਇੰਗੂਲਰ second one is lower triangular ਪਹਿਲਾਂ ਸਟੱਡੀ ਕਰਾਂਗੇ ਆਪਾਂ ਅਪਰ ਟ੍ਰਾਇੰਗੂਲਰ ਨੂੰ बहुत इंपॉर्टेंट है वेरी इंपॉर्टेंट अपर ट्रायंगुलर देखो अपर ट्रायंगुलर दी जे ਆਪਾਂ डेफिनेशन ਦੀ ਗੱਲ ਕਰੀਏ if aij is 0 ਕਿਸ ਦੇ ਲਈ ਵੀ for I greater than j एग्जांपल लिखूंगा मैं उस तो क्लियर होगा देखो इस दे एक नीचे ट्रायंगल बन रही है एक उत्ते ट्रायंगल बन रही है ये बिल्कुल क्लियर हो रहा ਆਪਾਂ ਨੂੰ ਇਹੋ ਜੀ ਟ੍ਰਾਇੰਗੂਲਰ ਅਪਰ ਟ੍ਰਾਇੰਗੂਲਰ ਹੁੰਦੀ ਹੈ ਜਿਸ ਦੇ ਡਾਇਗੋਨਲ ਦੇ ਉੱਤੇ ਤਾਂ ਟ੍ਰਾਇੰਗਲ 'ਚ ਵੈਲਿਊਜ਼ ਪਈਆਂ ਹੋਣ ਨੀਚੇ ਜਿਹੜੀਆਂ ਸਾਰੀਆਂ ਜ਼ੀਰੋਜ਼ ਪਈਆਂ ਹੋਣ ਅਸੀਂ ਜਾਣਦੇ ਹਾਂ ਕਿ ਇਹ a11 ਹੈ this is a12 a13 a21 a22 a23 a31 a32 a33 ਹੁਣ ਦੇਖੋ ਉਹ ਸਾਰੇ ਐਲੀਮੈਂਟ ਜ਼ੀਰੋ ਕਿਹੜੇ ਕਿਹੜੇ ਜ਼ੀਰੋ ਹੋਏ ਵੀ a21 ਹੋਇਆ a31 ਹੋਇਆ a32 ਹੋਇਆ ਉਹ ਸਾਰੇ ਐਲੀਮੈਂਟ ਜ਼ੀਰੋ ਇਹ ਵੀ ਜ਼ੀਰੋ ਹੈ ਸਾਰੇ ਜ਼ੀਰੋ ਹੈ ਇਹ ਜਿਸ ਚ i greater than j ਹੈ ਆਹ i ਹੈ ਆਹ j ਹੈ this is i this is j ਤਾਂ ਸਭ ਦੇ ਵਿੱਚ ਨਿਗਾਹ ਮਾਰੋ ਉਹ ਸਾਰੀਆਂ ਵੈਲਿਊਜ਼ ਜ਼ੀਰੋ ਜਿੱਥੇ i greater than j ਹੈ this kind of triangle is called this kind of matrix is called upper triangular matrix upper triangular matrix similarly ਸਾਡੇ ਕੋਲ second type ਹੈ lower triangular matrix लोअर ट्रायंगुलर मैट्रिक्स इस डेफिनेशन की है इफ aij all aij 0 किन्ना दे ਲਈ भी for जिथे i less than j है ਹੁਣ ਇਹ ਮੈਨੂੰ ਲੱਗਦਾ ਦੱਸਣ ਦੀ ਲੋੜ ਨਹੀਂ ਹੈ ਆਪਾਂ ਨੂੰ
ਧਿਆਨ ਨਾਲ ਦੇਖੋ, ਇੱਕ ਡਾਇਗਨਲ ਦੇ ਉੱਤੇ ਟ੍ਰਾਇੰਗਲ ਹੈ, ਉੱਤੇ ਵਾਲੀ 0 ਹੋਊਗੀ ਕੰਪਲੀਟ। ਉੱਤੇ ਵਾਲੀ ਤੁਸੀਂ ਦੇਖੋ ਕਿਹੜੀ ਕਿਹੜੀ ਹੈ ਵੀ, ਇੱਕ ਤਾਂ ਹੈ A12 A13 ਐਂਡ A23 ਜਿੱਥੇ I ਲੈਸ ਦੈਨ J ਹੈ। ਤੁਸੀਂ ਨਿਗਾਹ ਮਾਰ ਸਕਦੇ ਹੋ I is less than J। ਤਾਂ ਇਹੋ ਜਿਹੀ ਮੈਟ੍ਰਿਕਸ ਨੂੰ ਕੀ ਕਿਹਾ ਜਾਂਦਾ ਹੈ? ਲੋਅਰ ਟ੍ਰਾਇੰਗੂਲਰ ਮੈਟ੍ਰਿਕਸ ਕਿਹਾ ਜਾਂਦਾ ਹੈ। ਇਸ ਨੂੰ ਨੋਟ ਡਾਊਨ ਕਰੋ, ਅੱਗੇ ਚੱਲਾਂਗੇ ਆਪਾਂ ਫਿਰ। ਆਈ ਹੋਪ ਕਿ ਤੁਹਾਨੂੰ ਇਹ ਸਮਝ ਲੱਗਿਆ ਹੋਊਗਾ। Yes, sir. ਓਕੇ, ਹੁਣ ਬੇਟਾ ਇੱਕ ਆਪਣੇ ਅੱਗੇ ਚੱਲ ਕੇ ਆਂਦਾ ਹੈ, ਤੁਹਾਨੂੰ ਪਤਾ ਜਿਹੜਾ ਆਪਣਾ ਸੈਕੰਡ ਟੌਪਿਕ ਹੈ ਉਹ ਡਿਟਰਮੀਨੈਂਟ ਦਾ ਹੈ। Okay, sir. ਡਿਟਰਮੀਨੈਂਟ ਵੀ ਇਸ ਦਾ ਪਾਰਟ ਹੈ, ਲੇਕਿਨ ਇਸ ਤੋਂ ਪਹਿਲਾਂ ਮੈਂ ਇਹਦੇ ਨਾਲ ਰਿਲੇਟਿਡ ਟ੍ਰਾਇੰਗੂਲਰ ਮੈਟ੍ਰਿਕਸ ਨਾਲ ਰਿਲੇਟਿਡ ਕੁਝ ਟ੍ਰਿਕਸ ਕਰਵਾਉਂਗਾ। ਆਈ ਵੁੱਡ ਲਾਈਕ ਟੂ ਡੂ ਸਮ ਟ੍ਰਿਕਸ। ਕੁਝ ਟ੍ਰਿਕਸ ਕਰਾਂਗੇ ਆਪਾਂ ਇਸ ਦੀਆਂ। ਦੇਖੋ ਹੁਣ ਜਿਹੜਾ ਅਸੀਂ ਸਟੱਡੀ ਕੀਤਾ ਹੈ, ਇਹ ਇੱਕ ਚੀਜ਼ ਯਾਦ ਰੱਖਿਓ, ਡਿਟਰਮੀਨੈਂਟ ਵੀ ਪੜਾਂਗੇ। ਡਿਟਰਮੀਨੈਂਟ ਕਿਸ ਦਾ ਫਾਈਂਡ ਆਊਟ ਕੀਤਾ ਜਾਂਦਾ? ਮੈਟ੍ਰਿਕਸ ਦਾ ਹੀ ਕੀਤਾ ਜਾਂਦਾ ਹੈ। ਸਪੋਜ਼ ਕਰੋ ਆਪਣੇ ਕੋਲ ਆ ਮੈਟ੍ਰਿਕਸ ਹੈ ABC 0 DE 0 0 F। ਹੁਣ ਮੈਂ ਕੁਐਸਚਨ ਤੇ ਆਉਂਗਾ ਬੇਟਾ। ABC ਬੇਟਾ WhatsApp ਤੇ ਨਹੀਂ ਆਊਗੀ ਤੁਹਾਡੇ। ਆਹ ਜਿਹੜੀ ਹੈ ਵੀਡੀਓ, ਤੁਹਾਨੂੰ ਮੈਂ ਦੱਸਿਆ ਸੀਗਾ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੇ ਨੂੰ ਟੈਲੀਗ੍ਰਾਮ ਦੇ ਉੱਤੇ। ਉਸ ਦੇ ਵਿੱਚ ਵੀਡੀਓ ਜਾਣਗੀਆਂ ਹੁਣ ਸਾਰੀਆਂ, ਠੀਕ ਹੈ? ਕਿਉਂਕਿ ਲੰਬੀ ਵੀਡੀਓ ਹੁੰਦੀ ਹੈ ਤਾਂ ਕਾਫੀ ਕੰਪਰੈਸ ਕਰਕੇ ਕੁਆਲਿਟੀ ਖਤਮ ਹੋ ਜਾਂਦੀ ਹੈ ਵੀਡੀਓ ਦੀ। ਦੇਖੋ ਆਹ ਸਾਰੀਆਂ ਹੁਣੇ ਗੱਲਾਂ ਆਪਾਂ ਕਰਕੇ ਹਟੇ ਆ। ਦਿਸ ਇਜ਼ ਡਾਇਗਨਲ, ਇਸ ਦੇ ਉੱਤੇ ਇੱਕ ਟ੍ਰਾਇੰਗਲ, ਇਸ ਦੇ ਨੀਚੇ ਇੱਕ ਟ੍ਰਾਇੰਗਲ। ਬੇਟਾ ਇਸ ਦਾ ਨਾਮ ਕੀ ਸੀਗਾ? ਅਪਰ ਟ੍ਰਾਇੰਗੂਲਰ ਮੈਟ੍ਰਿਕਸ। ਇਹਦਾ ਨਾਮ ਕੀ ਸੀ? ਲੋਅਰ ਟ੍ਰਾਇੰਗੂਲਰ ਮੈਟ੍ਰਿਕਸ। ਲੋਅਰ ਟ੍ਰਾਇੰਗੂਲਰ ਮੈਟ੍ਰਿਕਸ, ਇਸ ਦਾ ਨਾਮ ਕੀ ਸੀ? ਜਿਹਦੇ ਇੱਥੇ ਵੀ 0 ਇੱਥੇ ਵੀ 0। ਹੁਣੇ ਪੜ੍ਹ ਕੇ ਹਟੇ ਹੈ ਡਾਇਗਨਲ ਮੈਟ੍ਰਿਕਸ। ਆਪਣਾ ਥੋੜਾ ਜਿਹਾ ਹਾਇਰ ਕੰਮ ਸਟਾਰਟ ਹੋ ਗਿਆ, ਧਿਆਨ ਰੱਖਿਓ। ਕੰਪਲੀਟ ਵਿੱਚ ਹੀ ਕਰਵਾਉਂਗਾ ਮੈਂ, ਅਲੱਗ ਤੋਂ ਨਹੀਂ ਹੋਣਾਗਾ। ਤਾਂ ਇਹਨਾਂ ਕੁਐਸਚਨ ਦਾ ਬੇਟਾ ਡਿਟਰਮੀਨੈਂਟ ਫਾਈਂਡ ਆਊਟ ਕਰਨਾ ਹੁੰਦਾ ਹੈ। ਫਾਈਂਡ ਡਿਟਰਮੀਨੈਂਟ। ਫਾਈਂਡ ਡਿਟਰਮੀਨੈਂਟ। ਹੁਣ ਟ੍ਰਿਕ ਕੀ ਹੈ? ਡਿਟਰਮੀਨੈਂਟ ਨੂੰ ਡਿਨੋਟ ਕੀਤਾ ਜਾਂਦਾ ਹੈ A ਹੈ ਤਾਂ A ਦਾ ਡਿਟਰਮੀਨੈਂਟ, ਅਸੀਂ ਜਿਵੇਂ ਮੋਡੂਲਸ ਪਾਉਂਦੇ ਹਾਂ ਬਿਲਕੁਲ ਉਵੇਂ ਲਿਖਿਆ ਜਾਂਦਾ ਹੈ। ਤਾਂ ਬੇਟਾ ਇਹਦੀ ਟ੍ਰਿਕ ਹੈ, ਪੂਰੇ ਕੁਐਸਚਨ ਨੂੰ ਸੋਲਵ ਕਰਨ ਨਹੀਂ ਬੈਠੋਗੇ ਤੁਸੀਂ, ਡਿਟਰਮੀਨੈਂਟ ਫਾਈਂਡ ਆਊਟ ਕਰਨ ਨਹੀਂ ਬੈਠੋਗੇ, ਸਿਰਫ ਕੀ ਲਿਖੋਗੇ? ਪ੍ਰੋਡਕਟ ਆਫ ਡਾਇਗਨਲ ਐਲੀਮੈਂਟਸ। ਉਹੀ ਆਂਸਰ ਹੋਊਗਾ ਆਪਣਾ, ਪ੍ਰੋਡਕਟ ਆਫ
diagonal elements. Product of diagonal elements. You have to remember this trick. Question is, find determinant A when matrix A is given -1, 0 and 0, 22, 2, 0, 3, 33, 44 and 7. Give the answer. -14, sir. Determinant A is -1 into 2 into 7. This is -14. Good. ਤਾਂ ਬੇਟਾ ਡਾਇਰੈਕਟ ਟ੍ਰਿਕ ਲਗਾਵਾਂਗੇ, ਕੁਝ ਵੀ ਅਸੀਂ ਉੱਥੇ ਸੋਚਣਾ ਨਹੀਂ ਹੈ। ਸਪੋਜ਼ ਕੁਐਸਚਨ ਆ ਗਿਆ ਸਾਡੇ ਕੋਲ ਇਹ ਵਾਲਾ, ਮੈਟ੍ਰਿਕਸ A is given 2, 0 and 0, 0, 3, 0, 0, 0 and 7, and we have to find the determinant of this. This is 2 into 3 into 7 is what? 42. Shortcut beta, सिर्फ shortcut. Matrix A is given 22, 0, 33, 0, -7, 41, 0, 0 and 1. And what is determinant A? 22 into -7 into 1 minus 154. Question is, A is 2, 0 and 0, 0, 4, 0, 0, 8 and 3. Determinant A is 2, 4 into 3, this is 24. ਤਾਂ ਬੇਟਾ ਕੁਐਸਚਨ ਦੇ ਉੱਤੇ ਅਸੀਂ ਟਾਈਮ ਨਹੀਂ ਲਗਾਵਾਂਗੇ ਇਹ ਜਿਹੇ ਕੁਐਸਚਨਸ ਤੇ। Next is transpose of a matrix. Transpose of a matrix. Transpose ਦਾ meaning ਕੀ ਹੈ ਬੇਟਾ? Transpose ਨੂੰ denote ਕੀਤਾ ਜਾਂਦਾ ਜਾਂ ਤਾਂ A dash ਦੇ ਨਾਲ ਜਾਂ ਅਸੀਂ denote ਕਰਾਂਗੇ AT. Different books ਕਿਸੇ ਨਾਲ ਵੀ denote ਕਰ ਲੈਂਦੀਆਂ ਇਹਨਾਂ ਨੂੰ। ਇਸ ਚ ਬਣਾਉਣਾ ਕੀ ਹੁੰਦਾ ਹੈ ਮੇਨ, you have to change row into columns. row ਨੂੰ column ਚ convert ਕਰਨਾ, ਹੋਰ ਕੁਝ ਵੀ ਨਹੀਂ ਹੈ। If A is 2, 3, 5, 7, 9, 4, 5, 7, 8, कुछ भी हो सकता है, then transpose of A is what? row ਨੂੰ column ਚ 2, 7, 5 ਨੂੰ column ਚ ਲਿਖ ਦੋ, ਬਸ ਜਿੰਨੀਆਂ rows ਹੈ ਉਸਦੇ column ਬਣਾ ਦੋ। ਹੁਣ ਇਸ ਦੀਆਂ ਕੁਝ ਕੰਡੀਸ਼ਨਸ ਹੈ। ਸਪੋਜ਼ ਕਰੋ ਜਦੋਂ ਤੁਸੀਂ ਟਰਾਂਸਪੋਜ਼ ਫਾਈਂਡ ਆਊਟ ਕੀਤਾ ਇਕੁਅਲ ਟੂ A ਆ ਜੇ, then A is called symmetric matrix, ਤਾਂ ਉਸ ਕੇਸ ਚ ਅਸੀਂ ਕੀ ਕਵਾਂਗੇ, ਇਹ ਸਿਮੈਟ੍ਰਿਕ ਹੈ। ਜਿਸ ਕੇਸ ਚ ਡਿਟਰਮੀਨੈਂਟ ਆਪਣੇ ਟਰਾਂਸਪੋਜ਼ ਆਫ A -A ਦੇ ਇਕੁਅਲ ਆ ਜੇ, ਤਾਂ ਉਸ ਟਾਈਮ ਤੇ ਅਸੀਂ ਕਵਾਂਗੇ ਕਿ ਜਿਹੜੀ ਮੈਟ੍ਰਿਕਸ ਹੈ ਉਹ ਕੀ ਹੈ, ਸਕਿਊ ਸਿਮੈਟ੍ਰਿਕ ਹੈ। ਸਕਿਊ ਸਿਮੈਟ੍ਰਿਕ। ਉਸ ਟਾਈਮ ਤੇ ਅਸੀਂ ਕਵਾਂਗੇ ਕਿ ਜਿਹੜੀ ਮੈਟ੍ਰਿਕਸ ਹੈ ਉਹ ਕੀ ਹੈ, ਸਕਿਊ ਸਿਮੈਟ੍ਰਿਕ ਹੈ। ਹੁਣ ਪ੍ਰੋਪਰਟੀਜ਼ ਆਫ ट्रांसपोज ਦੀਆਂ ਪ੍ਰੋਪਰਟੀਜ਼ ਦੇਖਾਂਗੇ।
फर्स्ट इज बहुत इंपॉर्टेंट है बेटा, क्वेश्चन बनते हैं इन्हां दे जिवें असीं शॉर्टकट भी स्टडी करांगे उस च भी काम आउणगे। A plus B transpose is A transpose plus B transpose। Second, K into A transpose is K is any scalar 2 3 5 कुछ भी हो सकता है। Product of AB is the transpose, the B transpose into A transpose। बेटा गलती ना करियो A transpose अगे लिखन दी, क्वेश्चन चेंज हो जाऊगा। मैं तुहानू दस्सिया सी AB इक्वल नॉट इक्वल टू BA हुंदा है। ट्रांसपोज द ट्रांसपोज, दिस इज A। स्टार्टिंग च बेटा मैं एक गल कीती सीगी जदों असीं डेफिनेशन दे उत्ते सी कि जिहड़ी मैट्रिक्स है वो रियल नंबर्स दी भी हो सकदी है। पहली गल आपां इत्थों ही स्टार्ट कीता सी। ये देखो फर्स्ट स्लाइड दे विच ए मैट्रिक्स इज ए रेक्टेंगुलर एरे ऑफ नंबर्स रियल और कंपलैक्स। यह मैट्रिक्स कंपलैक्स मैट्रिक्स भी हो सकती है, यह कंपलैक्स मैट्रिक्स भी हो सकती है। ਜਦੋਂ ਕੰਪਲੈਕਸ ਮੈਟ੍ਰਿਕਸ ਆ ਜੇ ਸਿਨੈਰੀਓ ਚੇਂਜ ਹੋ ਜਾਂਦਾ ਹੈ, ਸਿਸਟਮ ਚੇਂਜ ਹੋ ਜਾਂਦਾ ਹੈ। ਹੁਣ ਸਪੋਜ਼ ਕਰੋ ਸਾਡੇ ਕੋਲ ਮੈਟ੍ਰਿਕਸ ਆ ਗਈ ਸਪੈਸ਼ਲ ਕੇਸ ਦੀ 1 plus 2 iota 3 minus 2 iota 5 plus 2 iota 7 minus 5 iota। ਇਹ ਕੰਪਲੈਕਸ ਨੰਬਰ ਚ ਹੈ ਮੈਟ੍ਰਿਕਸ। ਕੰਪਲੈਕਸ ਨੰਬਰ ਚ ਤੁਹਾਨੂੰ ਪਤਾ ਹੈ, ਇੱਥੇ ਮੈਂ ਇੱਕ ਨੋਟ ਦੇ ਦਿਆਂ, ਇਸ ਨੂੰ ਨੋਟ ਕਰਿਓ। ਜੇ ਕੰਪਲੈਕਸ ਨੰਬਰ ਸਾਡੇ ਕੋਲ 2 plus 3 ਆਈਟਾ ਹੁੰਦਾ ਹੈ ਤਾਂ ਇਸ ਦੇ ਉੱਤੇ ਇੱਕ ਬਾਦ ਪਾਉਂਦੇ ਹੁੰਦੇ ਸੀ ਅਸੀਂ, ਇਸ ਦਾ ਕੰਜੂਗੇਟ ਲੈਂਦੇ ਹੁੰਦੇ ਸੀਗੇ। ਕੰਜੂਗੇਟ ਦਾ ਮੀਨਿੰਗ ਕੀ ਹੁੰਦਾ ਸੀ, ਜਿੱਥੇ ਆਈਟਾ ਲਿਖਿਆ ਉਹਦਾ ਸਾਈਨ ਚੇਂਜ ਕਰਨਾ ਹੈ। 2 plus 3 आइटा है तो 2 minus 3 आइटा बनाना है। तो जिस टाइम ते मैट्रिक्स तुहाडे कोल कंपलैक्स नंबर वाली आ गई तो तुसी इस दा कंजूगेट पक्का लेना है। कंजूगेट लोगे तो की बनूगा बेटा 1 minus 2 आइटा 3 plus 2 आइटा 1 minus 2 आइटा 3 minus 2 आइटा इत्थे 3 plus 2 आइटा 5 minus 2 आइटा, जिथे आइटा लिखा उसका साइन चेंज 7 minus 5 आइटा की बन जाऊगा 7 plus 5 आइटा। कॉन्जुगेट लैन तो बाद बेटा इसका पूछा गया सानू ट्रांसपोज फाइंड आउट करो। ट्रांसपोज तो बेटा कंपलैक्स मैट्रिक्स दे विच जदों भी ट्रांसपोज लेना है तो कॉन्जुगेट ट्रांसपोज होगा हमेशा। उस ट्रांसपोज का नाम की होगा कॉन्जुगेट ट्रांसपोज। जिवें रियल नंबर च डायरैक्ट रोज नू कॉलम च चेंज कीता सी उवें नहीं हो सकता, कंपलैक्स मैट्रिक्स पहला कॉन्जुगेट लेना पऊगा। तो जिहड़ा ट्रांसपोज है उसनू ए थीटा नाल डिनोट किया जाता है। कॉन्जुगेट मैट्रिक्स का ट्रांसपोज लेना है असीं, इसनू कॉन्जुगेट ट्रांसपोज कहा जाता है। सिंपल ट्रांसपोज नहीं है, ये रो नू कॉलम च कन्वर्ट करो। तो बेटा कंपलैक्स दे विच की होया, मैट्रिक्स गिवन होगी आइटा वाली, उसका कॉन्जुगेट लोगे फिर उसका ट्रांसपोज करोगे, डायरैक्ट ट्रांसपोज नहीं लिता जाऊगा। तो इस दियां प्रॉपर्टीज देख लेंगे आपां। कुछ प्रॉपर्टीज इस दियां भी है बिल्कुल सेम वही। जे ए प्लस बी का कॉन्जुगेट ट्रांसपोज लिता जाए, इट शुड बी इक्वल टू कॉन्जुगेट ट्रांसपोज ऑफ ए कॉन्जुगेट ट्रांसपोज ऑफ बी। सेकंड, के इंटू ए इज द कॉन्जुगेट ट्रांसपोज लईए, के मे बी कंपलैक्स नंबर आल्सो, के बाद लिख सकते हैं असीं into a theta। Third is product of AB the conjugate transpose।
conjugate transpose of B into conjugate transpose of A. Conjugate transpose the transpose. This is equal to B. सारी प्रॉपर्टीज सेम है, कोई प्रॉब्लम नहीं है। नेक्स्ट इज वेरी इंपॉर्टेंट बेटा, जिन्ना कुछ लिखूंगा ये सारे क्वेश्चंस ही होंगे आपदे आप च, सारे क्वेश्चंस होंगे। ए स्क्वायर मैट्रिक्स, A square matrix A is said to be number one, idempotent, if A square equal to A into A करिए A ਦੇ इक्वल आ जाए ਤਾਂ ਇਹ ਜੀ ਮੈਟ੍ਰਿਕਸ ਨੂੰ ਅਸੀਂ ਸਕੁਅਰ ਮੈਟ੍ਰਿਕਸ ਨੂੰ idempotent ਮੈਟ੍ਰਿਕਸ ਕਹਾਂਗੇ। A square matrix is called orthogonal। orthogonal कदों कहांगे भी, when A into A transpose equal to A transpose into A करके देखिए तो आइडेंटिटी मैट्रिक्स आ जाए। थर्ड, यूनिटरी मैट्रिक्स, बेटा ये तो याद ही रख लियो, ये कंपलैक्स ਲਈ ਹੁੰਦੀ है। A into A conjugate transpose of A into A आइडेंटिटी मैट्रिक्स आ जाए। इनवॉल्यूटरी, if A square equal to I, A into A करिए I। देखो ਇਹਦਾ मतलब ਕੀ है कि A square करके देख लेना चाहिए जे चार ऑप्शन पई हैं जिस च idempotent भी इनवॉल्यूटरी भी है। जे A ਦੇ इक्वल आ गया तो idempotent होगा, जे आइडेंटिटी आ गई तो इनवॉल्यूटरी होगा। फिफ्थ इज nilpotent of index n। nilpotent of index n। A रेस टू n करिए आंसर आ जाए नल मैट्रिक्स। मान लो स्केयर करके नल मैट्रिक्स आ गया आंसर, तो इसनू कहांगे ये nilpotent है ऑफ इंडेक्स 2। जे A क्यूब करके 0 आया तो nilpotent है इंडेक्स 3 दी। आई होप के तुहानू समझ लग्या होगा अज वाला लैक्चर।